ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਖਬਰਾਂ ਤੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਕੇਸਰੀ ਪਗੜੀ ਬੰਨ੍ਹ ਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ। ਰਾਹੁਲ ਗਾਂਧੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਨੂੰ ਲੈ ਕੇ ਬੀਬਾ ਬਾਦਲ ਵੱਲੋਂ ਤਿੱਖੇ ਤੰਜ। ਪਾਕਿਸਤਾਨ ਕੋਲ ਸਿਰਫ 3 ਹਫ਼ਤਿਆਂ ਦਾ ਬਚਿਆ ਪੈਸਾ, ਸਾਊਦੀ ਅਰਬ $10 ਨਿਵੇਸ਼ ਤੇ ਕਰ ਰਿਹਾ ਹੈ ਵਿਚਾਰ। ਪਾਕ 'ਚ ਆਟੇ ਦੀ ਭਾਰੀ ਕਿੱਲਤ, ਆਟੇ ਦੀ 10 ਕਿਲੋ ਦੀ ਬੋਰੀ ਲਈ ਆਪਸ ਵਿੱਚ ਜੂਝਦੇ ਰਹੇ ਲੋਕ। ਤੇ ਲਤੀਫਪੁਰਾ ਮਾਮਲੇ ਦੀ ਗੂੰਜ ਦਿੱਲੀ ਤੱਕ, ਵਿਜੇ ਸਾਂਪਲਾ ਨੇ ਕਿਹਾ ਨਜਾਇਜ਼ ਕਬਜ਼ੇ ਹਟਾਉਣ ਤੋਂ ਪਹਿਲਾਂ ਰਹਿਣ ਦਾ ਪ੍ਰਬੰਧ ਕੀਤਾ ਜਾਵੇ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਕੇਸਰੀ ਪੱਗ ਬੰਨ੍ਹੀ ਅਤੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਰਾਹੁਲ ਗਾਂਧੀ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨੀ ਜਥੇ ਦੇ ਪਿੱਛੇ ਬੈਠ ਕੇ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਹੋਟਲ ਰੈਡੀਸਨ ਬਲੂ ਪੁੱਜੇ ਸਨ, ਜਿੱਥੇ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਪੱਗ ਬੰਨ੍ਹੀ। ਉਹ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੱਗ ਬੰਨ੍ਹ ਕੇ ਹੀ ਆਏ ਸਨ। ਬੀਬਾ ਹਰਸਿਮਰਤ ਕੌਰ ਬਾਦਲ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿੱਚ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਦੱਸਿਆ ਕਿ 2 ਸਾਲ ਪਹਿਲਾਂ ਕੇਂਦਰ ਸਰਕਾਰ ਦੀ ਬਿਜਲੀ ਅਪਗ੍ਰੇਡ ਕਰਨ ਸੰਬੰਧੀ ਆਈ ਸਕੀਮ ਅਧੀਨ ਮੀਟਿੰਗ ਕੀਤੀ ਗਈ ਹੈ। ਰਾਹੁਲ ਗਾਂਧੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਨੂੰ ਲੈ ਕੇ ਬੀਬਾ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਦਾਦੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ। ਇਸ ਦੇ ਪਿਤਾ ਨੇ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ। ਪਹਿਲਾਂ ਉਹ ਸਮੁੱਚੀ ਸਿੱਖ ਕੌਮ ਤੋਂ ਮਾਫੀ ਮੰਗਣ, ਉੱਥੇ ਹੀ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਉਨ੍ਹਾਂ ਕਿਹਾ ਕਿ ਪੂਰੀ ਅਫਸਰਸ਼ਾਹੀ ਹੜਤਾਲ ਤੇ ਬੈਠੀ ਏ, ਫਿਰ ਲੋਕਾਂ ਦੇ ਕੰਮ ਕਿਵੇਂ ਹੋਣਗੇ। ਦੇਖੋ, ਪਹਿਲੀ ਗੱਲ ਤਾਂ ਮੈਂ ਕਹਾਂਗੀ ਕੱਲੇ ਨਤਮਸਤਕ ਨਾਲ ਨਹੀਂ, ਜੇ ਰਾਹੁਲ ਗਾਂਧੀ ਦੇ ਦਿਲ 'ਚ ਮਾੜੀ ਮੋਟੀ ਵੀ ਸ਼ਰਮ ਹੈ ਤੇ ਉੱਥੇ ਨੱਕ ਗੋਡਾ ਰਗੜ ਕੇ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ। ਇਸ ਗਾਂਧੀ ਪਰਿਵਾਰ ਨੇ ਜੋ ਪੰਜਾਬ ਦੇ ਨਾਲ, ਪੰਜਾਬੀਆਂ ਦੇ ਨਾਲ ਤੇ ਸਿੱਖਾਂ ਦੇ ਨਾਲ ਇਹਨਾਂ ਦੇ ਖਾਨਦਾਨ ਨੇ ਕੀਤਾ ਹੈ, ਮੈਨੂੰ ਲੱਗਦਾ ਇਹਨਾਂ ਦੇ ਖੂਨ 'ਚ ਹੀ ਪੰਜਾਬ ਪ੍ਰਤੀ ਵਿਰੋਧ ਕਿਤੇ ਨਾ ਕਿਤੇ ਹੈਗਾ। ਵੱਡੇ ਹਮਲੇ ਪੰਜਾਬ ਤੇ ਸਿੱਖਾਂ ਦੇ ਖਿਲਾਫ ਇਹਦੇ ਦਾਦੀ ਨੇ, ਜਿਹੜੇ ਟੈਂਕਾਂ ਤੋਪਾਂ ਨਾਲ ਜਿੱਥੇ ਨਕਮਸਤਕ ਹੋਣਗੇ ਉਹਦੇ ਮਾਫੀ ਮੰਗੇ, ਤੇ ਅੱਜ ਤੱਕ ਗਾਂਧੀ ਪਰਿਵਾਰ ਨੇ ਕਿਸੇ ਨੇ ਮਾਫੀ ਨਹੀਂ ਮੰਗੀ ਹੈ। ਜਿਹੜੇ ਟੈਂਕਾਂ ਤੋਪਾਂ ਨਾਲ ਸਾਡੇ ਧਾਰਮਿਕ ਸਥਾਨਾਂ ਨੂੰ ਕੀਤਾ, ਕਿਹਨੇ ਮਾਫੀ ਮੰਗੀ ਅੱਜ ਤਾਈਂ? ਜਿਹੜੇ ਪੰਜਾਬ 'ਚ ਕਾਲਾ ਦੌਰ ਚੱਲਿਆ, ਇਹ ਕਿਹਦੀ ਦੇਣ ਹੈਗੀ? ਇਹ ਰਾਹੁਲ ਗਾਂਧੀ ਦੇ ਖਾਨਦਾਨ ਦੀ ਦੇਣ ਹੈਗੀ। ਇਹਦੇ ਪਿਓ ਨੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਬੇਰਹਿਮੀ ਦੇ ਨਾਲ, ਜਦ ਵੱਡਾ ਪੇੜ ਡਿੱਗਦਾ ਤੇ ਧਰਤੀ ਹਿਲਦੀ ਹੈ। ਇੱਕ ਮੁੱਖ ਮੰਤਰੀ ਹੋਣ ਦੇ ਨਾਤੇ 3 ਦਿਨ ਫੌਜ ਨਹੀਂ ਬੁਲਾਈ ਸੀਗੀ। ਮੈਂ ਦਿੱਲੀ 'ਚ, ਮੈਨੂੰ ਆਪ ਪਤਾ ਸਾਡੀ ਜਾਨ ਆ ਕਿਵੇਂ ਬਚੀਆਂ, ਮੈਂ ਕੈਂਪਾਂ ਤੇ ਮੈਂ ਕੰਮ ਕੀਤੇ, ਮੈਂ ਦੇਖਾ ਲੋਕਾਂ ਦੇ ਹਾਲਤ ਕੀ ਹੋਏ। ਅੱਜ ਤਾਈਂ ਮਾਫੀ ਮੰਗੀ ਹੈ ਇਸ ਗੱਲ ਦੀ। ਉਹਦੇ ਬਾਅਦ 10 ਕਮਿਸ਼ਨਾਂ ਬਿਠਾਈਆਂ ਇਹਨੂੰ ਵਾਈਟ ਵਾਸ਼ ਕਰਨ। ਜਦੋਂ ਤਾਈਂ ਵਾਜਪਾਈ ਜੀ ਨੇ ਨਾਨਾਵਤੀ ਕਮਿਸ਼ਨ ਬਿਠਾ ਕੇ ਸਹੀ ਚੀਜ਼ ਦਰਜ ਨਹੀਂ ਕੀਤੀ। ਇੱਕ ਪਾਸੇ ਸਿੱਖਿਆ ਤੇ ਧਰਮ ਦੇ ਉੱਤੇ ਅਤਿਆਚਾਰ, ਦੂਜੇ ਪਾਸੇ ਸਾਡੇ ਪੰਜਾਬ ਦੀ ਜਿੰਦ ਜਾਨ, ਸਾਡਾ ਪਾਣੀ ਕਿੰਨੇ ਚੱਕ ਕੇ ਸਾਡਾ ਪਾਣੀ ਰਾਜਸਥਾਨ ਨੂੰ ਦੇਤਾ। ਰਿਪੇਰੀਅਨ ਸਿਧਾਂਤ ਹੁੰਦਾ ਹੈ ਕਿ ਜਿਸ ਸੂਬੇ ਤੋਂ ਪਾਣੀ ਵਗਦਾ ਹੈ ਉਹਦਾ ਹੱਕ ਹੁੰਦਾ ਹੈ ਪੂਰਾ ਉਸ ਪਾਣੀ ਦੇ ਉੱਤੇ। ਚੱਕ ਕੇ ਇੰਦਰਾ ਗਾਂਧੀ ਨੇ ਪਹਿਲੇ ਰਾਜਸਥਾਨ ਨੂੰ ਸਾਡਾ ਪਾਣੀ ਦਿੱਤਾ। SYL ਦੀ ਨਹਿਰ ਦਾ ਜਿਹੜਾ ਅੱਜ ਇੰਨਾ ਵੱਡਾ ਰੌਲਾ ਪਿਆ ਹੈ, ਜਿਹੜੀ ਲੜਾਈ ਕਿੰਨੇ ਸਾਲਾਂ ਤੋਂ ਅਸੀਂ ਲੜੇ, ਦਹਾਕਿਆਂ ਤੋਂ ਲੜੀ ਜਾ ਰਹੇ ਹਾਂ, ਇਹਦੀ ਟੱਕ ਕਿਹਨੇ ਲਾਈ ਸੀ? ਉਸ ਇੰਦਰਾ ਗਾਂਧੀ ਨੇ ਲਾਈ ਸੀਗੀ। ਪਾਕਿਸਤਾਨ ਇੱਕ ਵਾਰ ਫਿਰ ਮੁਸੀਬਤ ਵਿੱਚ ਹੈ। ਮਹਿੰਗਾਈ 25% ਦਰ ਨਾਲ ਵੱਧ ਰਹੀ ਹੈ। ਵਿਦੇਸ਼ੀ ਮੁਦਰਾ ਭੰਡਾਰ 'ਚ ਸਿਰਫ 41,000 ਕਰੋੜ ਰੁਪਏ ਬਚੇ ਹਨ, ਜਿਸ ਕਾਰਨ ਸਿਰਫ 3 ਹਫ਼ਤਿਆਂ ਦੇ ਦਰਾਮਦ ਬਿੱਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਹ ਪਿਛਲੇ 8 ਸਾਲਾਂ ਵਿੱਚ ਸਭ ਤੋਂ ਘੱਟ ਹੈ। ਇਸ ਔਖੇ ਸਮੇਂ 'ਚ ਪਾਕਿਸਤਾਨ ਦੀਆਂ ਉਮੀਦਾਂ ਭਰੀਆਂ ਨਜ਼ਰਾਂ IMF, ਚੀਨ ਅਤੇ ਸਾਊਦੀ ਅਰਬ ਤੇ ਟਿਕੀਆਂ ਹੋਈਆਂ ਹਨ। 5 ਜਨਵਰੀ 2023 ਨੂੰ ਦ ਗਾਰਡੀਅਨ ਵਿੱਚ ਲਿਖੇ ਇੱਕ ਲੇਖ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਵੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਕੁਝ ਦਿਨਾਂ ਸਾਊਦੀ ਅਰਬ ਤੋਂ ਪੈਸੇ ਮਿਲ ਜਾਣਗੇ। ਇਸ ਤੋਂ ਠੀਕ ਬਾਅਦ ਮੰਗਲਵਾਰ ਨੂੰ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪਾਕਿਸਤਾਨ ਵਿੱਚ $10 ਅਰਬ ਦੇ ਨਿਵੇਸ਼ ਤੇ ਵਿਚਾਰ ਕਰਨ ਲਈ ਕਿਹਾ ਹੈ। ਪਾਕਿਸਤਾਨ 'ਚ ਇਮਰਾਨ ਖਾਨ ਦੀ ਸਰਕਾਰ ਵੇਲੇ ਬਹੁਤ ਵੱਡੀ ਤਾਦਾਦ ਵਿੱਚ ਅਫਗਾਨਿਸਤਾਨ ਨੂੰ ਕਣਕ ਵੇਚੇ ਜਾਣ ਅਤੇ ਪਾਕ ਸਰਮਾਏਦਾਰਾਂ ਵੱਲੋਂ ਵੱਡੇ ਪੱਧਰ ਤੇ ਕਣਕ ਦੀ ਕਾਲਾਬਾਜ਼ਾਰੀ ਕੀਤੇ ਜਾਣ ਕਰਕੇ ਆਟੇ ਦੀ ਭਾਰੀ ਕਿੱਲਤ ਆ ਚੁੱਕੀ ਹੈ। ਇਸ ਕਾਰਨ ਲੋਕ ਸਰਕਾਰ ਵੱਲੋਂ ਸਸਤੇ ਭਾਅ ਤੇ ਮੁਹੱਈਆ ਕਰਵਾਏ ਜਾ ਰਹੇ 10 ਕਿਲੋ ਆਟੇ ਦੀ ਥੈਲੀ ਲੈਣ ਲਈ ਜਗ੍ਹਾ-ਜਗ੍ਹਾ ਭਟਕ ਰਹੇ ਹਨ। ਪਾਕ ਦੇ ਲਗਭਗ ਹਰ ਸ਼ਹਿਰ 'ਚ ਆਟੇ ਦੀ ਕਮੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਆਟੇ ਦੀ ਕਮੀ ਇੰਨੀ ਜ਼ਿਆਦਾ ਆ ਚੁੱਕੀ ਹੈ ਕਿ ਸਸਤਾ ਆਟਾ ਖਰੀਦਣ ਲਈ ਲੋਕਾਂ ਵੱਲੋਂ ਕੀਤੀ ਜਾ ਰਹੀ ਜੱਦੋ-ਜਹਿਦ ਦੇ ਚਲਦਿਆਂ ਸੂਬਾ ਸਿੰਧ ਦੇ ਮੀਰਪੁਰ ਖਾਸ ਸ਼ਹਿਰ 'ਚ 10 ਕਿਲੋ ਦੀ ਆਟੇ ਦੀ ਥੈਲੀ ਹਾਸਲ ਕਰਨ ਲਈ ਪਹੁੰਚੇ ਇੱਕ 35 ਸਾਲਾ ਹਿੰਦੂ ਮਜ਼ਦੂਰ ਹਰ ਸਿੰਘ ਕੋਹਲੀ ਦੀ ਲੋਕਾਂ ਦੇ ਪੈਰਾਂ ਹੇਠਾਂ ਕੁਚਲੇ ਜਾਣ ਕਰਕੇ ਮੌਤ ਹੋ ਗਈ।
ਇਸੇ ਤਰ੍ਹਾਂ ਭੀੜ ਦੇ ਪੈਰਾਂ ਹੇਠ ਕੁਚਲੇ ਜਾਣ ਕਰਕੇ ਕੁਝ ਹੋਰਨਾਂ ਪੁਰਸ਼ਾਂ ਅਤੇ ਔਰਤਾਂ ਦੇ ਮਾਰੇ ਜਾਣ ਦੀ ਵੀ ਜਾਣਕਾਰੀ ਮਿਲੀ ਹੈ। ਜਲੰਧਰ ਦੇ ਲਤੀਫਪੁਰਾ 'ਚ ਮਕਾਨ ਢਾਏ ਜਾਣ ਤੋਂ ਬਾਅਦ ਦਿੱਲੀ ਵਿੱਚ ਵੀ ਮਕਾਨ ਢਾਏ ਜਾ ਰਹੇ ਹਨ। ਇਸ ਸੰਬੰਧੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਕਿ ਜਲੰਧਰ ਦੇ ਲਤੀਫਪੁਰਾ ਤੋਂ ਬਾਅਦ ਦਿੱਲੀ ਵਿੱਚ ਵੀ ਲੋਕਾਂ ਦੇ ਘਰ ਢਾਹ ਰਹੇ ਹਨ। ਸਰਕਾਰ ਇੰਨੀ ਕੜਾਕੇ ਦੀ ਠੰਡ ਵਿੱਚ ਲੋਕਾਂ ਦੇ ਘਰ ਤੋੜ ਰਹੀ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਦੀ ਜ਼ਮੀਨ ਖਾਲੀ ਕਰਵਾਉਣੀ ਹੈ ਤਾਂ ਪਹਿਲਾਂ ਉਸ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਤੀਫਪੁਰਾ ਵਿੱਚ ਵੀ ਅਜਿਹਾ ਹੀ ਹੋਇਆ ਹੈ। ਕਿਸ ਦੀ ਜ਼ਮੀਨ ਕਿਸਨੇ ਤੋੜੀ, ਇਸ ਦਾ ਕੋਈ ਜਵਾਬ नहीं है। क्योंकि आज दिल्ली में भी एक लोगों के घरों को तोड़ा जा रहा था और उसके लिए भी हमने नोटिस दिया था और जिसके लिए आज लोग भी उसके लिए धन्यवाद भी करने आए थे। क्योंकि आज के यहाँ पे देख रहे हैं कि सर्दियों में जहाँ पर पाला इतना बढ़ रहा है, कोहरे की ठंड इतनी बढ़ रही है और वहीं जो है सरकारों की ओर से उनकी घरों की जो है तोड़ फोड़ का काम जारी कर रहे हैं। अब तो सुप्रीम कोर्ट ने भी कह दिया है कि अगर किसी का मान लीजिए कोई बैठा हुआ है और अगर उसके घर को कहीं आपकी ज़मीन पे आपने उसको एक्रोचमेंट को तोड़ना है तो पहले उनका रिहैबिटेशन करना होगा। और इसी के लिए हमने सभी को कहा था कि पहले उनका रिहैबिटेशन का इंतज़ाम करें और उसको बाद आप जो है उसको अपनी ज़मीन को आप जो है अतिक्रमण को ख़त्म करें। और ऐसा ही केस जो है पंजाब में भी लतीफपुरा का हुआ था और लतीफपुरा में भी सेम ऐसी थी सिचुएशन कि जबकि वहाँ पर तो ये था कि कोई रिकॉर्ड भी नहीं उनके पास कि ज़मीन किसकी है ये भी नहीं पता, कितनी ज़मीन एक्वायर करनी थी वो भी नहीं पता, कितने घरों को तोड़ा गया हमने पूछा तो उनके पास वो भी रिकॉर्ड नहीं है और ना ही कोई उनको नोटिस दिया गया। ऐसा पंजाब में भी हुआ है। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਰਾਜ ਮੋਹਨ ਨੇ ਅਗਾਊਂ ਜ਼ਮਾਨਤ ਦੀ ਮੰਗ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ, ਪਰ ਉਹ ਰੈਗੂਲਰ ਜ਼ਮਾਨਤ ਦੀ ਅਰਜ਼ੀ ਤੇ ਕੁਝ ਦੇਰ ਤੱਕ ਆਪਣਾ ਫੈਸਲਾ ਸੁਣਾਉਣਗੇ। ਜ਼ਿਕਰਯੋਗ ਹੈ ਕਿ ਅਰੋੜਾ ਨੇ 5 ਜਨਵਰੀ 2023 ਨੂੰ ਦਰਜ ਮਾਮਲੇ ਵਿੱਚ ਅਗਾਊਂ ਜ਼ਮਾਨਤ ਇਸ ਲਈ ਮੰਗੀ ਸੀ ਤਾਂ ਜੋ ਪਹਿਲਾਂ ਹੋਏ ਦਰਜ ਕੇਸ ਵਿੱਚ ਜੇ ਅੱਜ ਕੋਰਟ ਉਹਨਾਂ ਨੂੰ ਰੈਗੂਲਰ ਜ਼ਮਾਨਤ ਦੇ ਦਿੰਦੀ ਹੈ ਤਾਂ ਉਹਨਾਂ ਦੇ ਰਿਹਾ ਹੋਣ ਤੋਂ ਬਾਅਦ ਨਵੇਂ ਦਰਜ ਕੇਸ ਵਿੱਚ ਗ੍ਰਿਫਤਾਰ ਨਾ ਕੀਤਾ ਜਾ ਸਕੇ। ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਪਾਲ ਮਰਚੈਂਟਸ ਨਾਲ 1.93 ਕਰੋੜ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਦਿੱਲੀ ਵਿੱਚ ਛਾਪੇਮਾਰੀ ਕਰਕੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ 31 ਦਸੰਬਰ 2022 ਨੂੰ ਧੋਖਾਧੜੀ, ਜਾਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਇਹ ਕੇਸ ਦਰਜ ਕੀਤਾ ਗਿਆ ਸੀ। ਫੜੇ ਗਏ ਦੋਸ਼ੀਆਂ ਦੀ ਪਛਾਣ ਸਿਰਸਾ ਦੇ ਪੰਕਜ ਕੁਮਾਰ, ਫਤਿਆਬਾਦ ਦੇ ਵਿਕਰਮ, ਮੁਕੇਸ਼ ਕੁਮਾਰ, ਰਜਿੰਦਰ ਪ੍ਰਸਾਦ ਅਤੇ ਹਿਸਾਰ ਦੇ ਰੋਹਤਾਸ਼ ਕੁਮਾਰ ਵਜੋਂ ਹੋਈ ਹੈ। 30 दिसंबर को एक हमारे पास कंप्लेंट आई थी। एक नॉन बैंकिंग फाइनेंशियल इंस्टीट्यूशन है यहाँ पे पॉल मर्चेंट प्राइवेट लिमिटेड, जो कि पेमेंट सर्विसेज प्रोवाइड करवाती है, प्रीपेड कार्ड देती है, क्रेडिट सर्विसेज वगैरह देती है थ्रू इट्स ऐप। एक इनकी ऐप है पॉल पे करके जो गूगल स्टोर पे भी अवेलेबल है और एप्पल स्टोर पे भी अवेलेबल है। तो उसमें कंप्लेंट में ये था कि उनके साथ अराउंड 1.95 करोड़ का फ्रॉड हुआ है उनकी ऐप को हैक करके। तो उसके बाद हमने तुरंत इसके ऊपर FIR दर्ज करके इसके ऊपर इन्वेस्टिगेशन शुरू करी। तो इसमें इन्वेस्टिगेशन में टोटल हमने 5 बंदों को अभी तक अरेस्ट किया है। पंकज कुमार सन ऑफ हरीराम फ्रॉम डिस्ट्रिक्ट सरसा, विक्रम सन ऑफ कृष्ण फ्रॉम डिस्ट्रिक्ट फतेहाबाद, मुकेश सन ऑफ जगदीश फ्रॉम डिस्ट्रिक्ट हिसार, रजिंदर अलियास राजू फ्रॉम डिस्ट्रिक्ट हिसार, रोहताश सन ऑफ सीताराम फ्रॉम डिस्ट्रिक्ट हिसार। तो मैं इसका थोड़ी इन्वेस्टिगेशन के बारे में आपको बता देता हूँ। इसमें ये जो पॉल पे ऐप है इसके अंदर इन्होंने टेक्निकल तरीके से इस ऐप को हैक करने के बाद इसमें 1.95 करोड़ की ठगी करी है। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੰਗਲਵਾਰ ਨੂੰ ਸਟੇਟ ਫੋਕਸ ਪੇਪਰ 2023-24 ਅਤੇ ਯੂਨਿਟ ਲਾਗਤ ਪੁਸਤਿਕਾ ਜਾਰੀ ਕੀਤੀ ਗਈ। ਇਸ ਮੌਕੇ ਮੰਤਰੀ ਨੇ ਕਿਹਾ ਕਿ ਨਾਬਾਰਡ ਨੇ ਬੈਂਕਾਂ, ਰਾਜ ਸਰਕਾਰਾਂ ਦੇ ਸੰਬੰਧਿਤ ਵਿਭਾਗਾਂ, ਕਿਸਾਨਾਂ, ਗੈਰ ਸਰਕਾਰੀ ਸੰਗਠਨਾਂ ਅਤੇ ਹੋਰ ਹਿੱਸੇਦਾਰਾਂ ਨਾਲ ਸਲਾਹ ਮਸ਼ਵਰੇ ਅਤੇ ਤਾਲਮੇਲ ਵਿੱਚ ਹਰੇਕ ਜ਼ਿਲ੍ਹੇ ਲਈ ਤਰਜੀਹੀ ਖੇਤਰ ਦੇ ਅਧੀਨ ਕਰਜ਼ੇ ਦੀਆਂ ਸੰਭਾਵਨਾਵਾਂ ਦੇ ਮੁਲਾਂਕਣ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਨੂੰ ਰਾਜ ਪੱਧਰ ਤੇ ਇਕੱਠਾ ਕੀਤਾ ਗਿਆ ਹੈ ਅਤੇ ਇੱਕ ਸਟੇਟ ਫੋਕਸ ਪੇਪਰ ਤਿਆਰ ਕੀਤਾ ਗਿਆ ਹੈ ਜੋ ਰਾਜ ਦੀ ਆਰਥਿਕਤਾ ਦੇ ਤਰਜੀਹੀ ਖੇਤਰ ਦੇ ਵੱਖ-ਵੱਖ ਉਪਖੇਤਰਾਂ ਅਧੀਨ ਉਪਲਬਧ ਸਮੁੱਚੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਕਿ 2023-24 ਦੇ ਕੋਆਪਰੇਟਿਵ ਸੈਕਟਰ ਦੇ ਵਿਕਾਸ ਦੇ ਲਈ ਕੋਆਪਰੇਟਿਵ ਡਾਈਵਰਸਿਫਿਕੇਸ਼ਨ ਕ੍ਰੌਪ ਦੀ ਜਿਹੜੀ ਡਾਈਵਰਸਿਫਿਕੇਸ਼ਨ ਆ ਆਰਗੈਨਿਕ ਫਾਰਮਿੰਗ ਦੇ ਲਈ ਨੂੰ ਅੱਗੇ ਲੈ ਕੇ ਜਾਣ ਦੇ ਲਈ एफपीओज ਨੂੰ ਆਪਾਂ ਹੁਣੀ ਸਨਮਾਨਿਤ ਕਰਕੇ ਹਟੇ ਹਾਂ ਦੇ विकास ਲਈ कृषि में डिजिटल इनोवेशन को आगे बढ़ाने के लिए फिनटेक ਤੇ जोर देने ਦੇ ਲਈ बहुत सारे डिफरेंट ਜਿਹੜੇ ਖੇਤਰ ਨੇ ਉਹਨਾਂ ਦੇ ਲਈ ਉਹਨਾਂ ਨੂੰ ਧਿਆਨ 'ਚ ਰੱਖ ਕੇ ਜਿਹੜਾ ਤਿਆਰ ਕੀਤਾ ਗਿਆ ਹੈਗਾ। ਸੋ ਇਸੇ ਤਰ੍ਹਾਂ ਇਸੇ ਪ੍ਰਕਾਰ RIDF ਦੇ ਖੇਤਰ ਦੇ ਵਿੱਚ ਤਹਿਤ ਰਾਜ ਸਰਕਾਰ ਨੂੰ ਜਿਹੜਾ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਬੁਨਿਆਦੀ ਢਾਂਚੇ ਦੇ ਮਹੱਤਵਪੂਰਨ ਭੂਮਿਕਾ ਜਿਹੜਾ ਨਬਾਰਡ ਨਿਭਾ ਰਿਹਾ ਹੈਗਾ। ਸੋ ਮੇਰਾ ਕਹਿਣ ਦਾ ਭਾਵ ਹੈ ਨਬਾਰਡ ਲਗਾਤਾਰ ਵੱਖ-ਵੱਖ ਡਿਫਰੈਂਟ ਖੇਤਰ ਦੇ ਵਿੱਚ ਵੇਅਰ ਹਾਊਸਿੰਗ ਇੰਫਰਾਸਟ੍ਰਕਚਰ ਫੰਡ ਫੂਡ ਪ੍ਰੋਸੈਸਿੰਗ ਫੰਡ ਲੌਂਗ ਟਰਮ ਇਰੀਗੇਸ਼ਨ ਫੰਡ ਮਾਈਕਰੋ ਇਰੀਗੇਸ਼ਨ ਫੰਡ ਇਹਨਾਂ ਸਾਰੇ ਜਿਹੜੇ ਮਹੱਤਵਪੂਰਨ ਨੂੰ ਸਹਾਇਤਾ ਇਲਾਕਿਆਂ ਦੇ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਜਿਹੜਾ ਸਾਨੂੰ ਉਤਸ਼ਾਹਿਤ ਕਰ ਰਿਹਾ ਇਹ ਇੱਕ ਬਹੁਤ ਹੀ ਅੱਛਾ ਕਦਮ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਲਾਈਵ ਸ਼ੋਅ ਹੋਲੋਗ੍ਰਾਮ ਜੂਨ ਮਹੀਨੇ ਤੋਂ ਸ਼ੁਰੂ ਕੀਤੇ ਜਾਣਗੇ। ਇਹ ਜਾਣਕਾਰੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪਿੰਡ ਮੂਸਾ ਵਿਖੇ ਆਪਣੇ ਪੁੱਤਰ ਦੀ ਯਾਦ ਵਿੱਚ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਣ ਮੌਕੇ ਦਿੱਤੀ। ਦੱਸਣਾ ਬਣਦਾ ਹੈ ਕਿ ਲੇਜ਼ਰ ਜ਼ਰੀਏ ਕੀਤੇ ਜਾਣ ਵਾਲੇ ਅਜਿਹੇ ਸ਼ੋਅ ਇਸ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਰੈਪਰ ਗਾਇਕ ਮਰਹੂਮ ਟਪਾਕ ਦੇ ਹੋਏ ਸਨ। ਇਸ ਸ਼ੋਅ ਵਿੱਚ ਸਿੱਧੂ ਮੂਸੇਵਾਲਾ ਪ੍ਰੋਜੈਕਟਰ ਰਾਹੀਂ ਹੂਬਹੂ ਲੋਕਾਂ ਦੇ ਸਨਮੁਖ ਹੁੰਦੇ ਨਜ਼ਰ ਆਉਣਗੇ। ਗਾਇਕ ਦੇ ਪਿਤਾ ਪਿਛਲੇ ਦਿਨੀ ਇੰਗਲੈਂਡ ਵਿਖੇ ਇਸੇ ਕਾਰਜ ਲਈ ਗਏ ਸਨ ਅਤੇ ਉਹਨਾਂ ਦਾ ਦੁਨੀਆ ਦੀ ਇੱਕ ਵੱਡੀ ਕੰਪਨੀ ਨਾਲ ਸ਼ੋਅ ਲਗਾਉਣ ਸੰਬੰਧੀ ਸਮਝੌਤਾ ਹੋਇਆ ਹੈ। ਇਸ ਤਹਿਤ ਵੱਖ-ਵੱਖ ਦੇਸ਼ਾਂ 'ਚ ਸ਼ੋਅ ਲਗਾਏ ਜਾਣਗੇ। ਪਹਿਲਾ ਸ਼ੋਅ ਭਾਰਤ ਵਿੱਚ ਲਗਾਉਣ ਦੀ ਯੋਜਨਾ ਹੈ। ਬਲਕੌਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਦਾ 11 ਜੂਨ ਨੂੰ ਜਨਮ ਦਿਨ ਹੈ। ਕੋਸ਼ਿਸ਼ ਹੋਵੇ ਕਿ ਇਸ ਦਿਨ ਤੋਂ ਇਹ ਸ਼ੋਅ ਸ਼ੁਰੂ ਹੋਣ। ਇਹੀ ਹੈ ਵੀ ਬੇਟੇ ਦੀ ਯਾਦ ਨੂੰ ਸੰਬੰਧ ਦੇ ਵਿੱਚ ਕਿਉਂਕਿ ਲਾਇਬ੍ਰੇਰੀ ਦਾ ਮਹੱਤਵ ਹੈ ਨਾ ਜਿਹੜਾ ਕਿਤਾਬਾਂ ਦਾ ਕਹਿੰਦੇ ਅਸੀਂ ਵੀ ਖੇਤੀਬਾੜੀ ਨਾਲ ਸੰਬੰਧਿਤ ਸਾਡੇ ਇਤਿਹਾਸ ਨਾਲ ਸੰਬੰਧਿਤ ਹੈ ਸਾਡੇ ਸੂਰਮਿਆਂ ਨਾਲ ਹਰੀ ਸਿੰਘ ਨਲੂਆ ਵਰਗੇ ਕੌਮ ਦੇ ਯੋਧਿਆਂ ਨਾਲ ਬਲਕਿ ਉਹ ਲਾਇਬ੍ਰੇਰੀ ਵਿੱਚ ਸੰਭਵ ਹੋ ਸਕਦੀ ਜਿਹੜੀ ਚੀਜ਼ ਦੀ ਜਾਣਕਾਰੀ ਸਾਨੂੰ ਹੋਰ ਕਿਤੋਂ ਨਹੀਂ ਮਿਲਦੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਤਾਂ ਅੱਧਾ ਝੂਠ ਹੁੰਦਾ ਪਰ ਕਿਤਾਬਾਂ ਬੜੇ ਸੂਝਵਾਨ ਰਾਈਟਰਾਂ ਨੇ ਲਿਖੀਆਂ ਹੁੰਦੀਆਂ ਨੇ ਉੱਥੋਂ ਜੇ ਬੰਦਾ ਧਿਆਨ ਨਾਲ ਪੜ੍ਹੇ ਤਾਂ ਕਾਫੀ ਕੁਝ ਸਿੱਖਣ ਨੂੰ ਮਿਲਦਾ। ਸਾਡੀ ਵੀ ਇਹੀ ਸੋਚ ਹੈ ਵੀ ਘੱਟੋ ਘੱਟ ਅਸੀਂ ਜਿਹੜੀ ਲੇਟੈਸਟ ਜਾਣਕਾਰੀ ਹੈ ਯੂਨੀਵਰਸਿਟੀ ਦੀ ਹੈ ਜਾਂ ਕੋਈ ਖੇਤੀਬਾੜੀ ਨਾਲ ਸੰਬੰਧਿਤ ਹੈ ਜਾਂ ਕੋਈ ਹਰ ਕਿਸਮ ਦੀ ਜਾਣਕਾਰੀ ਜਿਹੜੀ ਸਿੱਧੀ ਕਿਤਾਬਾਂ ਦੇ ਰਾਹੀਂ ਵੀ ਯੂਥ ਤੱਕ ਪਹੁੰਚੇ। ਕਿੰਨੀ ਲਾਗਤ ਦਾ ਪ੍ਰੋਗਰਾਮ ਹੈ ਸਾਰਾ ਲਾਇਬ੍ਰੇਰੀ ਦਾ ਤੇ ਦੱਸ ਰਹੇ ਨੇ ਵੀ ਪਿੱਛੇ ਕੋਈ ਬੱਚਿਆਂ ਲਈ ਗਰਾਊਂਡ ਬਣਨਾ ਕੀ ਹੈ ਸਰ ਮਤਲਬ ਪਿੱਛੇ ਗਰਾਊਂਡ ਬਣਨਾ ਬੱਚਿਆਂ ਲਈ ਕਾਹਦਾ ਗਰਾਊਂਡ ਬਣਨਾ ਤੇ ਕਿੰਨੀ ਲਾਗਤ ਲੱਗੀ ਹੈ ਜਿਹੜੀ ਸਾਰਾ ਇਸ ਤੇ ਇੱਕ ਲਾਇਬ੍ਰੇਰੀ ਤੋਂ ਤਾਂ ਜਿਵੇਂ ਕੋਈ ਨਗਰ ਨਿਵਾਸੀਆਂ ਦੀ ਸਾਰੇ ਦੀ ਰਹਿ ਹੋਊਗੀ ਇਹਨਾਂ ਮੁਤਾਬਕ ਜਿਵੇਂ ਕਹਿਣਗੇ ਉਵੇਂ ਕਰ ਲਾਂਗੇ ਕੋਈ ਪ੍ਰੋਬਲਮ ਨਹੀਂ। ਲਾਗਤ 20 ਲੱਖ ਰੁਪਏ ਦੀ ਮੈਂ ਹੁਣ ਵੀ ਉਸੇ ਸੰਬੰਧ 'ਚ ਜਾ ਕੇ ਆਇਆ ਸਾਰਾ ਜਿਹੜਾ ਸਾਡਾ ਸਮਝੌਤਾ ਸਹੀ ਬੰਦ ਹੋ ਗਿਆ। ਉਮੀਦ ਕਰਦੇ ਹਾਂ ਵੀ ਉਹਦਾ ਜਨਮ ਦਿਨ ਹੁੰਦਾ 11 ਜੂਨ ਦਾ ਉਦੋਂ ਤੱਕ ਅਸੀਂ ਉਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਸ ਤੋਂ ਬਾਅਦ ਸ਼ੋਅ ਸਟਾਰਟ ਕਰਾਂਗੇ। ਪਹਿਲਾ ਸ਼ੋਅ ਕਿੱਥੋਂ ਲਾਉਣ ਦੀ ਤਾਂ ਕੋਈ ਹੋ ਹਲੇ ਸ਼ੋਆਂ ਬਾਰੇ ਮੈਂ ਨਾ ਕੋਈ ਡਿਸਾਈਡ ਨਹੀਂ ਹੋਇਆ ਜਿਹੜੇ ਆਪਣੇ ਪ੍ਰਮੋਟਰ ਦਾ ਕੰਮ ਹੈ ਇਹ ਮਤਲਬ ਜਿਹਦੇ ਨਾਲ ਆਪਣਾ ਐਗਰੀਮੈਂਟ ਹੋਇਆ ਤਾਂ 10 ਸ਼ੋਆਂ ਦਾ ਉਹਨੇ ਕਰਨੇ ਆ ਉਹਨੂੰ ਜਿੱਦਾਂ ਕੋਈ ਬੈਟਰ ਲੱਗੂਗਾ ਇੰਡੀਆ ਤੋਂ ਸਟਾਰਟ ਕਰਦਾ ਜਾਂ ਯੂਕੇ ਤੋਂ ਕਰਦਾ ਹੈ ਉਹਦਾ ਨਹੀਂ ਮੇਰੇ ਹੱਥ 'ਚ ਨਹੀਂ ਹੈ ਸ਼ੋਅ ਕਰਨਾ ਉਹ ਜਿਹਨੂੰ ਆਪਾਂ ਦਿੱਤੇ ਨੇ ਸ਼ੋਅ ਉਹ ਬੰਦਾ ਕਰੂਗਾ ਜਿੱਥੇ ਵੀ ਕਰੂਗਾ। ਪੰਜਾਬ 'ਚ 2 ਦਿਨਾਂ ਦੀ ਰਾਹਤ ਤੋਂ ਬਾਅਦ ਹੁਣ ਠੰਡ ਫਿਰ ਵਧਣ ਜਾ ਰਹੀ ਹੈ। ਮੰਗਲਵਾਰ ਤੋਂ ਹੀ ਪੰਜਾਬ ਵਿੱਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਵੈਸਟਰਨ ਡਿਸਟਰਬੈਂਸ ਕਾਰਨ 11 ਜਨਵਰੀ ਤੋਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਪੰਜਾਬ ਦੇ ਪੱਛਮੀ ਮਾਲਵੇ ਵਿੱਚ ਸੁੱਕੀ ਠੰਡ ਹੀ ਵਧੇਗੀ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਅਨੁਸਾਰ 11 ਤੋਂ 13 ਜਨਵਰੀ ਤੱਕ ਪੰਜਾਬ ਦੇ ਮਾਝਾ, ਦੁਆਬਾ ਅਤੇ ਪੂਰਬੀ ਮਾਲਵੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵਧ ਰਹੀ ਹੈ। ਇਸ ਦੇ ਨਾਲ ਹੀ ਹਿਮਾਚਲ ਵਿੱਚ ਵੀ ਬਰਫ਼ਬਾਰੀ ਹੋਵੇਗੀ। ਬੈਂਗਲੁਰੂ ਦੇ ਨਗਾਵਾੜਾ ਵਿੱਚ ਮੰਗਲਵਾਰ ਨੂੰ ਨਿਰਮਾਣ ਅਧੀਨ ਮੈਟਰੋ ਦਾ ਪਿੱਲਰ ਡਿੱਗਣ ਕਾਰਨ ਇੱਕ ਔਰਤ ਅਤੇ ਉਸਦੇ 2.5 ਸਾਲ ਦੇ ਬੇਟੇ ਦੀ ਮੌਤ ਹੋ ਗਈ। ਔਰਤ ਦਾ ਪਤੀ ਅਤੇ ਧੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਹਿਲਾ ਦਾ ਪਰਿਵਾਰ ਬਾਈਕ ਤੇ ਜਾ ਰਿਹਾ ਸੀ ਕਿ ਪਿੱਲਰ ਉਹਨਾਂ ਤੇ ਡਿੱਗ ਗਿਆ। ਔਰਤ ਦੇ ਜੁੜਵਾ ਬੱਚਿਆਂ 'ਚੋਂ ਪੁੱਤਰ ਦੀ ਮੌਤ ਹੋ ਗਈ ਜਦਕਿ ਬੇਟੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।